ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲੇਰਾਂ ਪਿੰਡ ਦੀ ਸੰਗਤ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਹੁਤ ਹੀ ਸੇਵਾ ਕੀਤੀ। ਫਿਰ ਇਕੱਲੀ ਸੇਵਾ ਹੀ ਨਹੀਂ ਕੀਤੀ, ਬਲਕਿ ਬਾਬਾ ਜੀ ਦਾ ਹੁਕਮ ਮੰਨ ਕੇ ਬਾਬਾ ਜੀ ਤੋਂ ਬਹੁਤ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ। ਬਾਬਾ ਜੀ ਵੀ ਕਲੇਰਾਂ ਵਾਲੀ ਸੰਗਤ ਤੇ ਬਹੁਤ ਪ੍ਰਸੰਨ ਹੁੰਦੇ ਸਨ ਅਤੇ ਇਸ ਕਾਰਨ ਬਾਬਾ ਜੀ ਜਲਦੀ ਕਿਤੇ ਕਲੇਰਾਂ ਦੀ ਸੰਗਤ ਦੀ ਬੇਨਤੀ ਨਹੀਂ ਸਨ ਮੋੜਦੇ। ਕਲੇਰਾਂ ਪਿੰਡ ਦੀ ਪ੍ਰੇਮ ਭਾਵਨਾ ਦੇ ਸਦਕਾ ਹੀ ਬਾਬਾ ਨੰਦ ਸਿੰਘ ਜੀ ਨੂੰ ਕਲੇਰਾਂ ਵਾਲੇ ਬਾਬਾ ਜੀ ਕਹਿੰਦੇ ਹਨ। ਭਾਈ ਰਤਨ ਸਿੰਘ ਜੀ ਕਲੇਰਾਂ ਵਾਲੇ ਅਤੇ ਉਹਨਾਂ ਦੇ ਪਰਿਵਾਰ ਨੇ ਵੀ ਬਾਬਾ ਜੀ ਦੀ ਨਿਸ਼ਕਾਮਤਾ ਨਾਲ ਅਣਥੱਕ ਸੇਵਾ ਕੀਤੀ। ਭਾਈ ਰਤਨ ਸਿੰਘ ਜੀ ਤਾਂ ਬਾਬਾ ਜੀ ਦੀ ਹਜ਼ੂਰੀ ਸੇਵਾ ਵਿੱਚ ਹੁੰਦੇ ਸਨ ਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਵੱਧ ਚੜ ਕੇ ਬਾਬਾ ਜੀ ਦੀ ਸੇਵਾ ਕਰਦੇ ਸਨ, ਪਰ ਸਭ ਨਿਸ਼ਕਾਮ ਹੋ ਗਏ। ਰਤਨ ਸਿੰਘ ਜੀ ਦੇ 2 ਭਰਾ ਸਨ ਅਤੇ 1 ਭੈਣ। ਇੱਕ ਵਾਰ ਰਤਨ ਸਿੰਘ ਜੀ ਦੇ ਮਾਤਾ ਜੀ ਆਪਣੀ ਲੜਕੀ ਨੂੰ ਮਿਲਣ ਲਈ ਉਸਦੇ ਘਰ ਗਏ। 1-2 ਦਿਨ ਉੱਥੇ ਰਹੇ। ਫਿਰ ਇੱਕ ਦਿਨ ਅਚਾਨਕ ਹੀ ਮਾਤਾ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਬਹੁਤ ਦਵਾਈਆਂ ਲਈਆਂ, ਪਰ ਮਾਤਾ ਦਾ ਬੁਖਾਰ ਉਤਰੇ ਹੀ ਨਾ। ਕਈ ਦਿਨ ਇਸੇ ਤਰ੍ਹਾਂ ਬੀਤ ਗਏ। ਫਿਰ ਇੱਕ ਦਿਨ ਮਾਤਾ ਆਪਣੇ ਮਨ ਅੰਦਰ ਸੋਚਣ ਲੱਗੀ ਕਿ ਜੇ ਮੈਂ ਇੱਥੇ ਹੀ ਮਰ ਗਈ, ਫਿਰ ਸਾਰੇ ਮੇਰੇ ਮੁੰਡਿਆਂ ਨੂੰ ਗੱਲਾਂ ਕਰਨਗੇ ਕਿ ਤੁਸੀਂ ਮਾਤਾ ਨੂੰ ਸਾਂਭਿਆ ਨਹੀਂ, ਸੇਵਾ ਨਹੀਂ ਕੀਤੀ, ਇਸੇ ਲਈ ਲੜਕੀ ਵੱਲ ਭੇਜ ਦਿੱਤਾ ਹੋਣਾ ਹੈ। ਇਸੇ ਤਰ੍ਹਾਂ ਸੋਚਦੀ ਨੇ ਮਾਤਾ ਨੇ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ, ਬਾਬਾ ਜੀ ਮਿਹਰ ਕਰੋ, ਬਾਂਹ ਫੜੀ ਦੀ ਲਾਜ ਰੱਖੋ। ਭਾਵਨਾ ਨਾਲ ਕੀਤੀ ਅਰਦਾਸ ਝੱਟ ਹੀ ਬਾਬਾ ਜੀ ਕੋਲ ਪਹੁੰਚ ਗਈ। ਜਦੋਂ ਮਾਤਾ ਰਾਤ ਨੂੰ ਮੰਜੇ ਤੇ ਸੁੱਤੀ ਪਈ ਸੀ ਤਾਂ ਉਸ ਸਮੇਂ ਉਸਨੇ ਦੇਖਿਆ ਕਿ ਬਾਬਾ ਜੀ ਆਏ ਹਨ। ਇੱਕਦਮ ਹੀ ਉੱਠ ਕੇ ਬੈਠ ਗਈ ਅਤੇ ਮੱਥਾ ਟੇਕਿਆ। ਹੁਣ ਬਾਬਾ ਜੀ ਤਾਂ ਮਾਤਾ ਨੂੰ ਬਚਨ ਕਰਨ ਲੱਗੇ, ਮਾਈ ਤੇਰਾ ਬੁਖਾਰ ਤਾਂ ਨਹੀਂ ਉਤਰ ਰਿਹਾ, ਤੂੰ ਦਵਾਈ ਗਲਤ ਖਾ ਰਹੀ ਹੈ। ਤੈਨੂੰ ਬੁਖਾਰ ਗਰਮੀ ਕਾਰਨ ਹੋਇਆ ਹੈ ਤੇ ਤੂੰ ਦਵਾਈਆਂ ਵੀ ਗਰਮ ਖਾ ਰਹੀ ਹੈ। ਮਾਤਾ ਕੁਝ ਹੈਰਾਨ ਹੋਈ। ਬਾਬਾ ਜੀ ਕਹਿੰਦੇ, ਮਾਤਾ ਤੂੰ ਲੱਸੀ ਪੀ ਲਵੇਂ, ਤੇਰਾ ਬੁਖਾਰ ਠੀਕ ਹੋ ਜਾਵੇਗਾ। ਸੋ ਮਾਤਾ ਨੇ 7 ਬਚਨ ਕਿਹਾ। ਅਗਲੇ ਦਿਨ ਸਵੇਰੇ ਜਦੋਂ ਮਾਤਾ ਉੱਠੀ ਤਾਂ ਉਸਨੇ ਆਪਣੀ ਲੜਕੀ ਨੂੰ ਲੱਸੀ ਲਿਆਉਣ ਲਈ ਕਿਹਾ, ਪਰ ਉਹ ਉਸ ਨੂੰ ਸਮਝਾਵੇ ਕਿ ਮਾਤਾ ਬੁਖਾਰ ਤੈਨੂੰ ਪਹਿਲਾਂ ਹੋਇਆ ਹੈ, ਲੱਸੀ ਪੀ ਕੇ ਤੈਨੂੰ ਹੋਰ ਕੋਈ ਨੁਕਸਾਨ ਨਾ ਹੋਵੇ। ਆਪਾਂ ਕਿਸੇ ਹੋਰ ਡਾਕਟਰ ਤੋਂ ਬਦਲ ਕੇ ਦਵਾਈ ਲੈ ਆਉਂਦੇ ਹਾਂ। ਪਰ ਮਾਤਾ ਕਹਿੰਦੀ, ਨਹੀਂ, ਮੈਂ ਦਵਾਈ ਨਹੀਂ ਲੈਣੀ, ਇੰਨੇ ਦਿਨ ਹੋ ਗਏ ਦਵਾਈਆਂ ਖਾਂਦੀ ਨੂੰ, ਤੁਸੀਂ ਮੈਨੂੰ ਲੱਸੀ ਲਿਆ ਕੇ ਦਿਓ। ਮਾਤਾ ਦੇ ਬਹੁਤਾ ਕਹਿਣ ਤੇ ਉਸਨੂੰ ਲੱਸੀ ਦੇ ਦਿੱਤੀ। ਸੋ ਬੁਖਾਰ ਘੰਟੇ ਦੇ ਵਿੱਚ ਹੀ ਉਤਰ ਗਿਆ। ਬੁਖਾਰ ਤਾਂ ਉਤਰਨਾ ਹੀ ਸੀ, ਬਚਨ ਜੋ ਬਾਬਾ ਜੀ ਦਾ ਹੋ ਗਿਆ ਸੀ। ਸੋ ਇੱਥੇ ਵਿਚਾਰ ਵਾਲੀ ਗੱਲ ਇਹ ਹੈ ਕਿ ਲੱਸੀ ਵਿੱਚ ਕੋਈ ਪਾਵਰ ਨਹੀਂ ਸੀ, ਸਾਰੀ ਪਾਵਰ ਤਾਂ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਦੇ ਬਚਨਾਂ ਵਿੱਚ ਸੀ। ਨਹੀਂ ਤਾਂ ਆਮ ਅਸੀਂ ਦੇਖਦੇ ਹੀ ਹਾਂ ਕਿ ਬੁਖਾਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ, ਪਰ ਬਾਬਾ ਜੀ ਦੀ ਮਿਹਰ ਦਾ ਸਦਕਾ ਉਹੀ ਲੱਸੀ ਪੀਣ ਕਾਰਨ ਬੁਖਾਰ ਉਤਰ ਗਿਆ। ਮਿਹਰ ਤਾਂ ਸਾਰੀ ਬਾਬਾ ਜੀ ਦੇ ਬਚਨਾਂ ਰਾਹੀਂ ਹੀ ਵਰਤੀ, ਲੱਸੀ ਤਾਂ ਬਸ ਇੱਕ ਬਹਾਨਾ ਸੀ। ਬਾਬਾ ਜੀ ਤਾਂ ਜਗਿਆਸੂ ਦੀ ਭਾਵਨਾ ਦੇ ਹਿਸਾਬ ਨਾਲ ਹੀ ਉਸ ਨੂੰ ਬਚਨ ਕਰਦੇ ਹਨ ਅਤੇ ਜਿਸ ਦੇ ਉੱਪਰ ਮਿਹਰਬਾਨ ਹੋ ਜਾਂਦੇ ਸਨ ਤਾਂ ਉਸ ਦੀਆਂ ਝੋਲੀਆਂ ਭਰ ਦਿੰਦੇ ਸਨ। ਫਿਰ ਉਹ ਚਾਹੇ ਕਿਸੇ ਨੂੰ ਮਿੱਟੀ ਦੀ ਡਲੀ ਦੇ ਦੇਣ ਖਾਣ ਨੂੰ, ਜਾਂ ਫਿਰ ਲੱਸੀ ਪੀਣ ਨੂੰ ਦੇ ਦੇਣ, ਤੇ ਜਾਂ ਫਿਰ ਪ੍ਰਸ਼ਾਦ ਆਦਿ ਦੇ ਦੇਣ, ਅਤੇ ਜਾਂ ਫਿਰ ਹੋਰ ਕਿਸੇ ਵੀ ਰੂਪ ਵਿੱਚ ਮਿਹਰ ਕਰ ਦੇਣ। ਸ਼ਕਤੀ ਤਾਂ ਬ੍ਰਹਮ ਗਿਆਨੀ ਦੇ ਬੋਲਾਂ ਰਾਹੀਂ ਹੀ ਵਰਤਦੀ ਹੈ। ਮਾਈ ਸਤ 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 ਹਰ, ਸਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਛੀਕ ਗਾਠਰੀ ਬਾਧਾ।
सो फिर उसे दिन ही माता अपने घर वापस आ गई, क्योंकि उसके मन विच डर सी किते बुखार फिर ना हो जावे। पर फिर माता ठीक रही। घर आके उसने सारी वार्ता अपने परिवार नूं दसी। फिर कुछ कु दिनां पिछों जदों परिवार समेत माता बाबा जी दे दर्शन करन गई तां बाबा जी मुस्कुरा के बचन करन लगे, क्यों माई, बुखार किवें रहा फिर? माता हाथ जोड़ के कहन लगी, बाबा जी, आप जी दी मेहर दा सदका मेरा बुखार उतर गया, नहीं तां मैं मर ही जाना सी। बाबा जी कहंदे असीं तां कुछ नहीं कीता। बाबा जी आउण वाले जग्यासुआं दे दुख भी कट दिंदे सन अते फिर अपनी वडियाई भी नहीं सन करन दिंदे। उस तो बाद फिर 10-11 साल माता बहुत वधिया तंदुरुस्त रही। फिर अचानक एक दिन माता नूं लूज मोशनस लग गए। कई दिन माता औखी रही। एक दिन माता रतन सिंह नूं कहन लगी, तू रोज बाबा जी कोल जांदा है, अज मेरी भी बेनती करके आवीं। रतन सिंह जी अजे जाके गुरु साहिबां नूं नमस्कार करके ही हटे सन। बाबा जी ने सेवादार नूं भेजिया कि रतन सिंह नूं साडे कोल भेजो। रतन सिंह ने बाबा जी नूं जाके मत्था टेकिया ते अजे कुछ बोले नहीं सन। बाबा जी ने आपे ही उसनूं पुछ लिया, तेरी माता किवें है? रतन सिंह कहन लगा, जी माता ठीक नहीं है, मैदान लगे हुए हन, कई दिन हो गए ढिल्ली है। बाबा जी कहंदे, पहला दसना सी, उसनूं कोई तकलीफ ना हुंदी। तू जा, पहला माता दा इलाज कर। रतन सिंह बाबा जी नूं पुछण लगे, जी जिवें आप जी दा हुक्म है। बाबा जी कहंदे, वैद तो दवाई करा। रतन सिंह ने फिर पुछया, जी केड़े वैद तो? बाबा जी कहंदे, मेरा वैद गुरु गोविंदा, हर हर नाम औखद मुख देवै, काटै जम की फंदा। नाम दारू नाल सब तरह दे रोग ठीक हो जाते हैं। घरे जाके सहज पाठ प्रकाश करो, 10 दिनां ते भोग पाउणा। रतन सिंह ने 7 बचन कह के इसे तरह किया। घर आके अपने भरा नूं सब कुछ दसिया। सब साफ सफाई करके घर विच सहज पाठ आरंभ कर लिया। कुदरती ही उसे दिन रतन सिंह दी भैण माता नूं मिलन आ पहुंची। माता ने उसनूं देखिया ते बचन कीता कि इसनूं चाह पानी छकाओ। जिवें ही ओह चाह पानी छकण लगी, माता ने प्राण त्याग दिते। सो इस तरह बाबा जी ने माता दे अंत समय नूं संभालिया। सो प्रेमी जनों, जिसने भी बाबा जी नूं रब मन्निया, बाबा जी ने उसनूं रुलन नहीं दिता। बाबा जी बचनां विच समत बख्शिया करदे सन कि जेड़ा साडा बचन मन के गुरु नानक दा ध्यान धर के नाम जपेगा, असीं बचन करदे हां, जे ओ पहला मर गया तां साडे जांदिਆਂ ਨੂੰ सचखंड दे बार विच खड़ा होवेगा, ते जे असीं पहला चले गए, जदों उसदा समा आ गया तां असीं उस नूं लैण आवांगे। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन धन बाबा नंद सिंह जी दी अजिहे ही अनोखे जीवन कौतक जानन ਅਤੇ सुनन ਲਈ सबसक्राइब करो साडे YouTube चैनल धन गुरू नानक। ਵਧੇਰੇ ਜਾਣਕਾਰੀ ਲਈ आई बटन ਵਿੱਚ ਦਿੱਤੇ ਲਿੰਕਸ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ, ਜਿਸ ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।